ਕੋਵਿਡ-19 ਦੀ ਚੌਥੀ ਲਹਿਰ ਦੌਰਾਨ ਦਿੱਤਾ ਚੋਣਾਂ ਦਾ ਸੱਦਾ ਪੈ ਰਿਹਾ ਹੈ ਮਹਿੰਗਾ। ਜਸਟਿਨ ਟਰੂਡੋ ਨੂੰ ਟੋਰੀ ਲੀਡਰ ਤੋਂ ਪਿਛੜਦੇ ਜਾ ਰਹੇ ਨੇ ਪਪੂਲੈਰਿਟੀ ਦੇ ਮਾਮਲੇ ਵਿੱਚ। ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਤੋਂ ਬਾਅਦ ਹੁਣ ਓਨਟਾਰੀਓ ਵੀ ਪ੍ਰੂਫ ਆਫ ਵੈਕਸੀਨੇਸ਼ਨ ਲਾਗੂ ਕਰਨ ਦੀ ਰਾਹ ਤੇ ਯੂਐਸ ਨੇ ਕਿਹਾ ਹੁਣ ਵੇਲਾ ਹੈ ਅਫਗਾਨਿਸਤਾਨ ਤੋਂ, ਹੁਣ ਧਿਆਨ ਚੀਨ ਅਤੇ ਰੂਸ ਤੇ ਕਰੇਗਾ ਕੇਂਦਰਿਤ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਮਨਿੰਦਰ ਕਰੇਵਾਲ। ਇਲੈਕਸ਼ਨਸ ਕੈਨੇਡਾ ਨੂੰ ਇਸ ਵਾਰ ਫੈਡਰਲ ਚੋਣਾਂ ਲਈ ਡਾਕ ਰਾਹੀਂ ਪੈਣ ਵਾਲੀਆਂ ਵੋਟਾਂ ਦੀ ਭਰਮਾਰ ਦੀ ਆਸ ਹੈ। ਹਾਲਾਂਕਿ ਅਜਿਹਾ ਕੋਈ ਹੜ੍ਹ ਆਉਂਦਾ ਫਿਲਹਾਲ ਤਾਂ ਨਜ਼ਰ ਨਹੀਂ ਆ ਰਿਹਾ। ਲੰਘੇ ਸੋਮਵਾਰ ਤੱਕ ਇਲੈਕਸ਼ਨਸ ਕੈਨੇਡਾ ਵੱਲੋਂ 2,98,000 ਦੇ ਕਰੀਬ ਸਪੈਸ਼ਲ ਬੈਲਟ ਕਿਟਸ ਜਾਰੀ ਕੀਤੀਆਂ ਗਈਆਂ ਸਨ, ਜਦੋਂ ਕਿ 2019 ਦੀਆਂ ਫੈਡਰਲ ਚੋਣਾਂ ਵੇਲੇ ਇਹਨਾਂ ਦੀ ਗਿਣਤੀ 50,000 ਸੀ। ਇਲੈਕਸ਼ਨਸ ਕੈਨੇਡਾ ਨੂੰ ਇਸ ਵਾਰ ਮਹਾਮਾਰੀ ਕਾਰਨ ਮੇਲ ਇਨ ਬੈਲਟਸ ਦੀ ਗਿਣਤੀ 2 ਤੋਂ 5 ਮਿਲੀਅਨ ਵਿਚਾਲੇ ਰਹਿਣ ਦੀ ਆਸ ਹੈ, ਜੋ ਪੂਰੀ ਹੁੰਦੀ ਅਜੇ ਤੱਕ ਤਾਂ ਵਿਖਾਈ ਨਹੀਂ ਦੇ ਰਹੀ, ਪਰ ਆਸ ਕੀਤੀ ਜਾ ਰਹੀ ਹੈ ਕਿ ਇਸ ਵਿੱਚ ਅਚਾਨਕ ਵਾਧਾ ਵੀ ਹੋ ਸਕਦਾ ਹੈ, ਕਿਉਂਕਿ ਕੈਨੇਡੀਅਨ ਵੋਟਰਸ ਕੋਲ ਮੇਲ ਇਨ ਬੈਲਟਸ ਦੀ ਮੰਗ ਕਰਨ ਲਈ 14 ਸਤੰਬਰ ਤੱਕ ਦਾ ਸਮਾਂ ਅਜੇ ਹੈਗਾ। ਅਜੇ ਤੱਕ ਜਾਰੀ ਸਪੈਸ਼ਲ ਬੈਲਟਸ ਜਿਨ੍ਹਾਂ ਨੂੰ ਮਿਲੇ ਨੇ ਉਹ ਡਾਕ ਰਾਹੀਂ ਵੀ ਵੋਟ ਪਾ ਸਕਦੇ ਨੇ ਤੇ ਆਪਣੇ ਸਥਾਨਕ ਇਲੈਕਸ਼ਨਸ ਕੈਨੇਡਾ ਦਫ਼ਤਰ ਜਾ ਕੇ ਵੀ। ਇਲੈਕਸ਼ਨਸ ਕੈਨੇਡਾ ਦੇ ਦੇਸ਼ ਵਿੱਚ 500 ਤੋਂ ਵੱਧ ਦਫ਼ਤਰ ਨੇ। ਜਿਹੜੇ ਲੋਕ ਕਿਸੇ ਕਾਰਨ ਇਸ ਵੇਲੇ ਆਪਣੀ ਰਾਈਡਿੰਗ ਵਿੱਚ ਜਾਂ ਸੂਬੇ ਵਿੱਚ ਨਹੀਂ ਹਨ, ਉਹ ਵੀ ਵੋਟ ਪਾ ਸਕਦੇ ਨੇ। ਉਹਨਾਂ ਨੂੰ ਭੇਜੇ ਗਏ ਸਪੈਸ਼ਲ ਬੈਲਟ ਕਿਟਸ ਵਿੱਚ ਮੌਜੂਦ ਬੈਲਟ ਵਿੱਚ ਆਪਣੀ ਰਾਈਡਿੰਗ ਤੇ ਆਪਣੀ ਪਸੰਦ ਦੇ ਉਮੀਦਵਾਰ ਦਾ ਪੂਰਾ ਨਾਮ ਲਿਖ ਕੇ ਬੈਲਟ ਜਿੱਥੇ ਕਿਤੇ ਵੀ ਉਹ ਚਾਹਣ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਜਾ ਕੇ ਉਸ ਨੂੰ ਡ੍ਰੌਪ ਆਫ ਕਰ ਸਕਦੇ ਨੇ। ਪਰ ਇਹ ਕੰਮ 14 ਸਤੰਬਰ ਤੱਕ ਹੋ ਜਾਣਾ ਚਾਹੀਦਾ ਹੈ। ਜੇਕਰ ਕਿਸੇ ਕੋਲ ਆਈਡੀ ਨਾ ਹੋਵੇ ਤਾਂ ਉਹ ਇਲੈਕਸ਼ਨਸ ਕੈਨੇਡਾ ਦੇ ਦਫ਼ਤਰ ਵਿੱਚ ਆਪਣੀ ਪਛਾਣ ਦੀ ਸਹੁੰ ਚੁੱਕ ਸਕਦਾ ਹੈ, ਪਰ ਉਸ ਵੇਲੇ ਉਸ ਦੇ ਨਾਲ ਇੱਕ ਗਵਾਹ ਹੋਣਾ ਜ਼ਰੂਰੀ ਹੋਏਗਾ। 20 ਸਤੰਬਰ ਨੂੰ ਚੋਣਾਂ ਨੇ ਤੇ 1 ਸਤੰਬਰ ਨੂੰ ਲਿਬਰਲਸ, ਕੰਜ਼ਰਵੇਟਿਵਸ ਅਤੇ ਐਨਡੀਪੀ ਨੇ ਆਪਣਾ ਇਲੈਕਸ਼ਨ ਪਲੇਟਫਾਰਮ ਪੇਸ਼ ਕੀਤਾ। ਹਾਲਾਂਕਿ ਗੱਲਾਂ ਉਹੀ ਸਨ ਜੋ 2 ਹਫ਼ਤਿਆਂ ਤੋਂ ਹੁੰਦੀਆਂ ਆ ਰਹੀਆਂ ਸਨ। ਫੈਡਰਲ ਲਿਬਰਲ ਪਾਰਟੀ ਲੀਡਰ ਜਸਟਿਨ ਟਰੂਡੋ ਦਾ ਵਾਅਦਾ ਹੈ ਕਿ ਉਹਨਾਂ ਦੀ ਸਰਕਾਰ ਜੇ ਮੁੜ ਆਈ ਤਾਂ ਗਨ ਕੰਟਰੋਲ ਹੋਰ ਸਖਤ ਕੀਤਾ ਜਾਏਗਾ। ਜਿਹੜੇ ਸੂਬੇ ਅਬੋਰਸ਼ਨ ਦਾ ਖਰਚਾ ਕਲੀਨਿਕਸ ਨੂੰ ਨਹੀਂ ਦਿੰਦੇ ਹਨ, ਉਹਨਾਂ ਦੀ ਮਨਮਾਨੀ ਨਹੀਂ ਚੱਲੇਗੀ। ਪ੍ਰੂਫ ਆਫ ਵੈਕਸੀਨੇਸ਼ਨ ਲਾਜ਼ਮੀ ਕਰਨ ਵਾਲੇ ਸੂਬਿਆਂ ਨੂੰ ਇਸ ਉੱਪਰ ਆਉਣ ਵਾਲਾ ਖਰਚਾ ਫੈਡਰਲ ਸਰਕਾਰ ਦੇਵੇਗੀ ਤੇ ਕੋਵਿਡ-19 ਦੀ ਰੋਕਥਾਮ ਵਾਸਤੇ ਸ਼ਰਤਾਂ ਅਤੇ ਇੰਤਜ਼ਾਮ ਕਰਨ ਵਾਲੇ ਆਰਗੇਨਾਈਜੇਸ਼ਨਸ ਜਾਂ ਅਦਾਰਿਆਂ ਤੇ ਜੇਕਰ ਕੋਈ ਮੁਕੱਦਮੇ ਹੁੰਦੇ ਨੇ ਤਾਂ ਫੈਡਰਲ ਲਿਬਰਲ ਸਰਕਾਰ ਉਹਨਾਂ ਦੀ ਰਾਖੀ ਕਰੇਗੀ। ਕੰਜ਼ਰਵੇਟਿਵਸ ਪਾਈਪਲਾਈਨਸ ਦੇ ਹੱਕ ਵਿੱਚ ਵੀ ਨੇ ਤੇ ਕਾਰਬਨ ਐਮਿਸ਼ਨ ਘਟਾਉਣ ਦੀਆਂ ਗੱਲਾਂ ਵੀ ਕਰਦੇ ਨੇ। ਉਹਨਾਂ ਦੇ ਮਨ ਵਿੱਚ ਆਇਲ ਅਤੇ ਗੈਸ ਸੈਕਟਰ ਲਈ ਉਚੇਚਾ ਦਰਦ ਵੀ ਅੱਜਕੱਲ੍ਹ ਜਾਗਿਆ ਹੋਇਆ ਹੈ। ਕੰਜ਼ਰਵੇਟਿਵ ਲੀਡਰ ਐਰਨ ਓਟੂਲ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਹਜ਼ਾਰਾਂ ਨੌਕਰੀਆਂ ਪੈਦਾ ਕਰਕੇ ਵਿਖਾਏਗੀ ਤੇ ਟਰੂਡੋ ਸਰਕਾਰ ਵੱਲੋਂ ਅਧੂਰੇ ਛੱਡੇ ਗਏ ਇਨਫਰਾਸਟ੍ਰਕਚਰ ਪ੍ਰੋਜੈਕਟਸ ਵੀ ਟੋਰੀ ਪੂਰੇ ਕਰਕੇ ਵਿਖਾਉਣਗੇ। ਯਾਨੀ ਕਿ ਕਈ ਮਿਲੀਅਨ ਡਾਲਰਸ ਜਿਹੜਾ ਪਾਈਪਲਾਈਨਸ ਦੀ ਉਸਾਰੀ ਦੀ ਪਲੈਨਿੰਗ ਤੇ ਖਰਚਣ ਤੋਂ ਬਾਅਦ ਉਹਨਾਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ। ਟੋਰੀ ਲੀਡਰ ਓਟੂਲ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਪਰ ਮੁੜ ਕੰਮ ਸ਼ੁਰੂ ਕਰੇਗੀ। ਸੰਭਾਵਨਾ ਤਾਂ ਇਹੀ ਹੈ ਕਿ ਪਾਣੀ ਵਿੱਚ ਮਧਾਣੀ ਵਾਲਾ ਕੰਮ ਹੋਏਗਾ, ਕਿਉਂਕਿ ਇਹਨਾਂ ਪਾਈਪਲਾਈਨ ਪ੍ਰੋਜੈਕਟਸ ਨੂੰ ਐਨਵਾਇਰਨਮੈਂਟਲ ਗਰੁੱਪਸ ਅਤੇ ਮੂਲ ਨਿਵਾਸੀਆਂ ਦੇ ਵਿਰੋਧ ਅਤੇ ਲੰਮੀਆਂ ਕਾਨੂੰਨੀ ਲੜਾਈਆਂ ਕਾਰਨ ਹੀ ਰੱਦ ਕੀਤਾ ਗਿਆ ਸੀ ਤੇ ਵਿਰੋਧ ਅੱਗੇ ਵੀ ਜਾਰੀ ਹੀ ਰਹਿਣ ਵਾਲਾ ਹੈ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਆਮ ਲੋਕਾਂ ਦੀ ਦੁੱਖ ਦੀ ਰਗ ਤੇ ਅੱਜਕੱਲ੍ਹ ਹੱਥ ਰੱਖਿਆ ਹੋਇਆ ਹੈ ਤੇ ਉਹ ਹੈ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ। ਡੈਮੋਕ੍ਰੈਟਸ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਸਰਕਾਰ ਦੀਆਂ ਖਾਲੀ ਪਈਆਂ ਜ਼ਮੀਨਾਂ ਉੱਪਰ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ ਸ਼ੁਰੂ ਕੀਤੇ ਜਾਣਗੇ। ਇਹਨਾਂ ਅਫੋਰਡੇਬਲ ਹਾਊਸਿੰਗ ਪ੍ਰੋਜੈਕਟਸ ਨੂੰ ਸ਼ੁਰੂ ਕਰਨ ਵਾਲਿਆਂ ਨੂੰ ਖਾਸ ਸਬਸਿਡੀਜ਼ ਵੀ ਦਿੱਤੀਆਂ ਜਾਣਗੀਆਂ। 20 ਸਤੰਬਰ ਬਹੁਤ ਦੂਰ ਨਹੀਂ ਹੈ। ਛੇਤੀ ਪਤਾ ਲੱਗ ਜਾਏਗਾ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਏਗਾ, ਪਰ ਪਪੂਲੈਰਿਟੀ ਪੋਲਸ ਵਿੱਚ ਅਜੇ ਤੱਕ ਅੱਗੇ ਚੱਲਦੇ ਆ ਰਹੇ ਲਿਬਰਲ ਲੀਡਰ ਜਸਟਿਨ ਟਰੂਡੋ ਪਿਛੜ ਰਹੇ ਨੇ ਤੇ ਉਹਨਾਂ ਨੂੰ ਮੁਕਾਬਲਾ ਦੇ ਰਹੇ ਨੇ ਕੰਜ਼ਰਵੇਟਿਵ ਲੀਡਰ ਐਰਨ ਓਟੂਲ, ਜਿਨ੍ਹਾਂ ਦੀ ਚੜ੍ਹਤ ਵੱਧਦੀ ਵਿਖਾਈ ਦੇ ਰਹੀ ਹੈ। ਟੋਰੀ ਸਮਰਥਕਾਂ ਦੇ ਜ਼ਬਾਨੀ ਹਮਲਿਆਂ ਦੇ ਚੱਲਦਿਆਂ ਟਰੂਡੋ ਨੂੰ ਪਿਛਲੇ ਕੁਝ ਦਿਨਾਂ ਤੋਂ ਆਪਣੇ ਇਵੈਂਟਸ ਕੈਂਸਲ ਵੀ ਕਰਨੇ ਪਏ ਤੇ ਕੁਝ ਨੂੰ ਸਿਕਿਉਰਿਟੀ ਕਾਰਨਾਂ ਕਰਕੇ ਗੁਪਤ ਵੀ ਰੱਖਣਾ ਪਿਆ। ਕਿਊਬੈਕ ਵਿੱਚ 1 ਸਤੰਬਰ ਤੋਂ ਬਾਰਸ, ਰੈਸਟੋਰੈਂਟਸ, ਕੁਝ ਸਪੋਰਟ ਇਵੈਂਟਸ ਅਤੇ ਹੋਰ ਨਾਨ ਐਸੈਂਸ਼ੀਅਲ ਸੇਵਾਵਾਂ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਵਿਖਾਉਣਾ ਲਾਜ਼ਮੀ ਹੋ ਗਿਆ ਹੈ। ਇਸ ਸੰਬੰਧੀ ਐਪ ਆਈਫੋਨ ਅਤੇ ਐਂਡਰੋਇਡ ਫੋਨ ਯੂਜ਼ਰਸ ਲਈ ਉਪਲਬਧ ਕਰਾਈ ਜਾ ਚੁੱਕੀ ਹੈ। ਪ੍ਰੂਫ ਆਫ ਵੈਕਸੀਨੇਸ਼ਨ ਵਿਖਾਉਣ ਨੂੰ ਕਹਿਣ ਤੇ ਫੋਟੋ ਆਈਡੀ ਵੀ ਵਿਖਾਉਣੀ ਪਏਗੀ। ਜਿਨ੍ਹਾਂ ਲੋਕਾਂ ਨੇ ਮੈਡੀਕੋ ਵੈਕਸੀਨ ਟ੍ਰਾਇਲ ਵਿੱਚ ਹਿੱਸਾ ਲਿਆ ਸੀ, ਉਹਨਾਂ ਉੱਪਰ ਇਹ ਸ਼ਰਤ ਲਾਗੂ ਨਹੀਂ ਹੈ। ਇਸ ਤੋਂ ਇਲਾਵਾ ਸਿਹਤ ਕਾਰਨਾਂ ਕਰਕੇ ਜੋ ਲੋਕ ਵੈਕਸੀਨ ਨਾ ਲੈ ਸਕਦੇ ਹੋਣ, ਉਹਨਾਂ ਨੂੰ ਵੀ ਇਹ ਪ੍ਰੂਫ ਨਹੀਂ ਵਿਖਾਉਣਾ ਪਏਗਾ, ਪਰ ਉਹਨਾਂ ਨੂੰ ਡਾਕਟਰਸ ਦਾ ਨੋਟ ਆਪਣੇ ਕੋਲ ਹਮੇਸ਼ਾ ਰੱਖਣਾ ਪਏਗਾ। ਹੋਰਨਾਂ ਸੂਬਿਆਂ ਅਤੇ ਦੇਸ਼ਾਂ ਦੇ ਵਿਅਕਤੀਆਂ ਨੂੰ ਵੀ ਆਪਣਾ ਪ੍ਰੂਫ ਆਫ ਵੈਕਸੀਨੇਸ਼ਨ ਕਿਊਬੈਕ ਵਿੱਚ ਨਾਨ ਐਸੈਂਸ਼ੀਅਲ ਸਰਵਿਸਿਜ਼ ਵਾਸਤੇ ਵਿਖਾਉਣਾ ਹੀ ਪਏਗਾ। ਓਨਟਾਰੀਓ ਵੀ 22 ਸਤੰਬਰ ਤੋਂ ਨਾਨ ਐਸੈਂਸ਼ੀਅਲ ਸੇਵਾਵਾਂ ਲੈਣ ਵਾਲਿਆਂ ਵਾਸਤੇ ਪ੍ਰੂਫ ਆਫ ਵੈਕਸੀਨੇਸ਼ਨ ਲਾਜ਼ਮੀ ਕਰਨ ਜਾ ਰਿਹਾ ਹੈ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਅਜਿਹਾ 13 ਸਤੰਬਰ ਤੋਂ ਹੋ ਜਾਏਗਾ। 20 ਸਾਲ ਤੱਕ ਚੱਲਿਆ ਯੂਐਸ ਦਾ ਅਫਗਾਨਿਸਤਾਨ ਮਿਸ਼ਨ ਖਤਮ ਹੋ ਗਿਆ ਹੈ। ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ 31 ਅਗਸਤ ਨੂੰ ਇਸੇ ਖਤਮ ਹੋ ਜਾਣ ਦਾ ਅਧਿਕਾਰਕ ਤੌਰ ਤੇ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਮਿਸ਼ਨ ਸ਼ਾਇਦ ਇਸੇ ਤਰ੍ਹਾਂ ਖਤਮ ਹੋਣਾ ਸੀ ਜਾਂ ਫਿਰ ਇਹ ਹਮੇਸ਼ਾ ਚੱਲਦਾ ਰਹਿੰਦਾ। ਇਸ ਦਾ ਕੋਈ ਅੰਤ ਹੋਰ ਤਰ੍ਹਾਂ ਹੁੰਦਾ ਵਿਖਾਈ ਨਹੀਂ ਸੀ ਦੇ ਰਿਹਾ। Last night in Kabul,
the United States ended 20 years of war in Afghanistan, the longest war in American history. ਇਸ ਮਿਸ਼ਨ ਦੌਰਾਨ ਇਕੱਲੇ ਯੂਐਸ ਨੇ 2400 ਤੋਂ ਵੱਧ ਅਮਰੀਕੀ ਜਾਨਾਂ ਗਵਾਈਆਂ, $1 ਟ੍ਰਿਲੀਅਨ ਖਰਚਿਆ ਗਿਆ ਤੇ ਜਿਸ ਦਿਨ ਜਿਨ੍ਹਾਂ ਹਾਲਾਤ ਵਿੱਚ ਅਮਰੀਕੀ ਫੌਜੀ ਉੱਥੋਂ ਨਿਕਲੇ, ਇਸ ਮਿਸ਼ਨ ਨੂੰ ਕਾਮਯਾਬ ਕਹਿਣਾ ਔਖਾ ਲੱਗਦਾ ਹੈ। 31 ਅਗਸਤ ਨੂੰ ਅਮਰੀਕੀ ਫੌਜੀਆਂ ਦੀ ਆਖਰੀ ਮਿਲਟਰੀ ਫਲਾਈਟ ਅਫਗਾਨਿਸਤਾਨ ਤੋਂ ਨਿਕਲੀ ਤਾਂ ਕਾਬੁਲ ਵਿੱਚ ਥਾਂ-ਥਾਂ ਖੁਸ਼ੀ ਵਿੱਚ ਗੋਲੀਆਂ ਚਲਾਈਆਂ ਗਈਆਂ। ਇਕੱਲੇ ਯੂਐਸ ਨੇ ਕਾਬੁਲ ਹਵਾਈ ਅੱਡੇ ਤੋਂ ਹੋ ਰਹੀ ਬੰਬਾਰੀ ਦੇ ਦੌਰਾਨ 1 ਲੱਖ ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਅਫਗਾਨਿਸਤਾਨ ਤੋਂ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ। ਬਾਈਡਨ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਨਿਕਲ ਕੇ ਯੂਐਸ ਆਉਣਾ ਚਾਹੁੰਦੇ ਸਨ, ਉਹਨਾਂ ਵਿੱਚੋਂ 90% ਨੂੰ ਸੁਰੱਖਿਅਤ ਉੱਥੋਂ ਕੱਢਿਆ ਜਾ ਚੁੱਕਿਆ ਹੈ। ਜਿਹੜੇ ਰਹਿ ਗਏ ਨੇ ਉਹਨਾਂ ਨੂੰ ਹੌਲੀ-ਹੌਲੀ ਲਿਆਂਦਾ ਜਾਏਗਾ ਤੇ 200 ਦੇ ਕਰੀਬ ਉਹ ਵੀ ਨੇ ਜਿਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਨਿਕਲਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਦੋਂ ਹਾਲਾਤ ਠੀਕ ਜਿਹੇ ਹੋਣ ਕਰਕੇ ਉਹਨਾਂ ਨੇ ਅਫਗਾਨਿਸਤਾਨ ਵਿੱਚ ਹੀ ਆਪਣੇ ਪਰਿਵਾਰ ਨਾਲ ਰਹਿਣ ਦਾ ਫੈਸਲਾ ਕੀਤਾ ਸੀ ਤੇ ਇਹ ਡੂਅਲ ਸਿਟੀਜ਼ਨਸ਼ਿਪ ਵਾਲੇ ਲੋਕ ਨੇ ਜੋ ਹੁਣ ਉੱਥੇ ਹੀ ਰਹਿਣਗੇ। ਕੈਨੇਡਾ ਅਤੇ ਹੋਰ ਮੁਲਕ ਕਹਿ ਰਹੇ ਨੇ ਕਿ ਜਿਹੜੇ ਵਿਦੇਸ਼ੀ ਅਤੇ ਅਫਗਾਨ ਨਾਗਰਿਕ ਵੈਲਿਡ ਡਾਕੂਮੈਂਟਸ ਹੋਣ ਦੇ ਬਾਵਜੂਦ ਨਹੀਂ ਨਿਕਲ ਸਕੇ, ਜੇਕਰ ਉਹ ਕਿਸੇ ਤਰ੍ਹਾਂ ਗੁਆਂਢੀ ਮੁਲਕਾਂ ਤੱਕ ਪਹੁੰਚ ਜਾਣ ਤਾਂ ਉਹਨਾਂ ਨੂੰ ਇੱਥੇ ਲਿਆਂਦਾ ਜਾ ਸਕਦਾ ਹੈ। ਕੈਨੇਡਾ ਨੇ 4000 ਤੋਂ ਘੱਟ ਲੋਕਾਂ ਦੀ ਇਵੈਕੂਏਸ਼ਨ ਹੀ ਕੀਤੀ ਹੈ। ਉਧਰ ਯੂਰਪੀਅਨ ਯੂਨੀਅਨ ਨੇ ਮੰਨਿਆ ਹੈ ਕਿ ਇਵੈਕੂਏਸ਼ਨ ਵਾਸਤੇ ਅਮਰੀਕੀ ਫੌਜ ਉੱਪਰ ਨਿਰਭਰਤਾ ਗਲਤ ਸੀ। ਯੂਰਪੀਅਨ ਯੂਨੀਅਨ ਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਵਾਸਤੇ ਆਪਣੀ ਸਪੈਸ਼ਲ ਫੋਰਸ ਬਣਾਉਣੀ ਚਾਹੀਦੀ ਹੈ। 20 ਸਾਲ ਚੱਲਿਆ ਇਹ ਮਿਸ਼ਨ ਖਤਮ ਹੋ ਗਿਆ ਹੈ, ਪਰ ਕੁਝ ਬਦਲਿਆ ਨਜ਼ਰ ਨਹੀਂ ਆ ਰਿਹਾ। ਔਰਤਾਂ ਵਿੱਚ ਅਫਗਾਨਿਸਤਾਨ ਵਿੱਚ ਅੱਜ ਵੀ ਉਹੀ ਸਹਿਮ ਹੈ ਜੋ 20 ਸਾਲ ਪਹਿਲਾਂ ਸੀ। ਤਾਲਿਬਾਨ ਅਤੇ ਬਾਗੀਆਂ ਵਿਚਾਲੇ ਸੰਘਰਸ਼ ਵੀ ਤੇਜ਼ ਹੋ ਗਿਆ ਹੈ ਤੇ ਜਿਸ ਸਤੰਬਰ 11 ਹਮਲੇ ਦਾ ਬਦਲਾ ਲੈਣ ਵਾਸਤੇ ਅਮਰੀਕਾ ਅਫਗਾਨਿਸਤਾਨ ਗਿਆ ਸੀ, ਉਸ ਹਮਲੇ ਦੀ ਅੱਗ ਬੁਝਾਉਣ ਗਏ ਨਿਊਯਾਰਕ ਫਾਇਰ ਫਾਈਟਰਸ ਅੱਜ ਵੀ ਸੈਪਟੈਂਬਰ 11 ਇਲਨੈਸਿਸ ਨਾਲ ਮਰ ਰਹੇ ਨੇ। 1 ਸਤੰਬਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ 2/3 ਤੋਂ ਵੱਧ ਨਿਊਯਾਰਕ ਸਿਟੀ ਫਾਇਰ ਫਾਈਟਰਸ ਨੂੰ ਇਹਨਾਂ ਅੱਗਾਂ ਨੂੰ ਬੁਝਾਉਣ ਵੇਲੇ ਅਤੇ ਰਾਹਤ ਕਾਰਜਾਂ ਵੇਲੇ ਜੋ ਗਰਦ, ਧੂਆਂ ਅਤੇ ਕੈਮੀਕਲਸ ਚੜੇ, ਉਸ ਦਾ ਖਮਿਆਜ਼ਾ ਉਹ ਅੱਜ ਵੀ ਭੁਗਤ ਰਹੇ ਨੇ। ਕਿਸੇ ਨੂੰ ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ ਹੋ ਗਿਆ, ਕਿਸੇ ਨੂੰ ਦਮਾ ਤੇ ਕਿਸੇ ਨੂੰ ਕੈਂਸਰ। ਅਜਿਹੇ ਬਿਮਾਰ ਫਾਇਰ ਫਾਈਟਰਸ ਦੀ ਗਿਣਤੀ 11,000 ਤੋਂ ਵੱਧ ਹੈ, ਜਿਨ੍ਹਾਂ ਵਿੱਚੋਂ 53 ਦੀ ਮੌਤ ਵੀ ਹੋ ਚੁੱਕੀ ਹੈ। ਤੇ 1 ਸਤੰਬਰ ਨੂੰ ਬਾਈਡਨ ਨੇ ਯੂਕਰੇਨੀਅਨ ਰਾਸ਼ਟਰਪਤੀ ਨਾਲ ਵਾਈਟ ਹਾਊਸ ਵਿੱਚ ਮੁਲਾਕਾਤ ਤੋਂ ਬਾਅਦ ਖਾਸ ਤੌਰ ਤੇ ਸਖਤ ਲਹਿਜੇ ਵਿੱਚ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਹੁਣ ਯੂਐਸ ਅਫਗਾਨਿਸਤਾਨ ਤੋਂ ਵਿਹਲਾ ਹੋ ਚੁੱਕਿਆ ਹੈ, ਸੋ ਉਸ ਦਾ ਸਾਰਾ ਧਿਆਨ ਹੁਣ ਚੀਨ ਅਤੇ ਰੂਸ ਤੇ ਕੇਂਦਰਿਤ ਹੋਏਗਾ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਵੇਰੀਐਂਟ ਆਫ ਇੰਟਰਸਟ ਸੂਚੀ ਵਿੱਚ ਇਸ ਹਫ਼ਤੇ ਇੱਕ 5ਵਾਂ ਵੇਰੀਐਂਟ ਆ ਜੁੜਿਆ। WHO ਵੱਲੋਂ ਇਸੇ ਸਾਲ ਜਨਵਰੀ ਵਿੱਚ ਕੋਲੰਬੀਆ ਵਿੱਚ ਪਾਏ ਗਏ ਮਿਊ ਕੋਵਿਡ-19 ਵੇਰੀਐਂਟ ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਨੂੰ B.1.621 ਵੀ ਕਿਹਾ ਜਾਂਦਾ ਹੈ। 39 ਮੁਲਕਾਂ ਵਿੱਚ ਅਜੇ ਤੱਕ ਇਸ ਦੇ ਮਾਮਲੇ ਆ ਚੁੱਕੇ ਨੇ। ਹਰ ਨਵੇਂ ਵੇਰੀਐਂਟ ਵਾਂਗ ਕਿਹਾ ਜਾ ਰਿਹਾ ਹੈ ਕਿ ਇਸ ਉੱਪਰ ਵੀ ਵੈਕਸੀਨ ਦਾ ਕੋਈ ਅਸਰ ਨਹੀਂ ਹੁੰਦਾ, ਪਰ WHO ਦਾ ਕਹਿਣਾ ਹੈ ਕਿ ਅਜੇ ਕੁਝ ਕਿਹਾ ਨਹੀਂ ਜਾ ਸਕਦਾ, ਰਿਸਰਚ ਅਜੇ ਜਾਰੀ ਹੈ। ਭਾਰਤ ਵਿੱਚ ਕਿਸਾਨਾਂ ਦਾ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਇੱਕ ਵਾਰ ਫੇਰ ਸੁਰਖੀਆਂ ਵਿੱਚ ਚੱਲ ਰਿਹਾ ਹੈ। ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਤੇ ਡਾਂਗਾਂ ਵਰਾਈਆਂ ਜਾ ਰਹੀਆਂ ਨੇ। 2 ਸਤੰਬਰ ਨੂੰ ਗੱਲ ਪੰਜਾਬ ਦੀ ਮੁਹਿੰਮ ਤਹਿਤ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸੈਕਟਰੀਏਟ ਸਾਹਮਣੇ ਪੁਲਿਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿੱਚ ਪੁੱਜ ਗਏ। ਇਸ ਕਾਰਨ ਉਹਨਾਂ ਦੀ ਪੁਲਿਸ ਨਾਲ ਟਕਰਾਅ ਵੀ ਹੋਈ ਤੇ ਪੁਲਿਸ ਵੱਲੋਂ ਕੀਤੇ ਲਾਠੀ ਚਾਰਜ ਵਿੱਚ 5 ਕਿਸਾਨ ਜ਼ਖਮੀ ਵੀ ਹੋਏ। ਇਸ ਮੌਕੇ ਧੱਕਾ ਮੁੱਕੀ ਵਿੱਚ ਕਿਸਾਨਾਂ ਦੀਆਂ ਪੱਗਾਂ ਵੀ ਲੈ ਗਈਆਂ ਤੇ ਖੂਨ ਖਰਾਬਾ ਵੀ ਹੋਇਆ। ਇਸ ਮੌਕੇ ਸਥਿਤੀ ਬੇਹੱਦ ਤਣਾਅਪੂਰਨ ਬਣ ਗਈ ਤੇ ਐਸਪੀ ਜਗਪ੍ਰੀਤ ਸਿੰਘ ਨੇ ਖੁਦ ਵੀ ਹੱਥ ਵਿੱਚ ਡਾਂਗ ਚੁੱਕ ਲਈ। ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ਤੇ ਬੈਰੀਕੇਡਸ ਵੀ ਲਾਏ ਗਏ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਕੌਮੀ ਤੇ ਕੌਮਾਂਤਰੀ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।